ਸੈਕੰਡਲੀ ਮੈਂ ਇਸ ਵਿੱਚ ਸਿਰਫ ਇੱਕ ਡੌਗ ਫੀਡ ਦਾ ਖਾਲੀ ਬੈਗ ਯੂਜ਼ ਕੀਤਾ ਤੇ ਏਸੀ ਵਿੰਡ ਸ਼ੀਟ ਦੀਆਂ ਪਈ ਸੀ ਮੇਰੇ ਕੋਲ, ਉਹਦੀਆਂ ਮੈਂ ਸਟ੍ਰਿਪਸ ਕੱਟ ਕੇ ਇਸ 'ਤੇ ਸਟਿਚ ਕੀਤੀਆਂ ਨੇ ਤੇ ਪਾਕਟਸ ਬਣਾਈਆਂ। ਇਸ ਦਾ ਮੈਂ ਨਾਮ ਰੱਖਿਆ ਜੀ ਗਿਆਨ ਦਾ ਖਜ਼ਾਨਾ ਬੈਗ। ਹੁਣ ਜਿਵੇਂ ਮੈਂ ਬੱਚਿਆਂ ਨੂੰ ਇਹਦੇ ਵਿੱਚ 2 ਅੱਖਰੀ ਸ਼ਬਦ ਵੀ ਸਿਖਾ ਸਕਦੀ ਹਾਂ, ਮੁਕਤਾ ਸ਼ਬਦ। ਬੱਚਾ ਖੁਦ ਆ ਕੇ ਮੈਨੂੰ ਦੱਸ ਸਕਦਾ ਜਦੋਂ ਸਿੱਖ ਗਿਆ ਕਿ ਬੇਟਾ ਲ ਹੈ, ਇਹਦੇ ਨਾਲ ਤੁਸੀਂ ਕਿਹੜਾ 2 ਅੱਖਰੀ ਸ਼ਬਦ ਬਣਾ ਸਕਦੇ ਹੋ। ਤਾਂ ਸਾਰੇ ਫਲੈਸ਼ ਕਾਰਡਸ ਪਏ ਹੁੰਦੇ ਆ, ਆਮ ਕਰਕੇ ਅਸੀਂ ਐਵੇਂ ਕਰਕੇ ਦਿਖਾਉਂਦੇ ਹਾਂ ਫਿਰ ਰੱਖ ਦਿੰਦੇ ਹਾਂ। ਉਹ ਚੀਜ਼ ਬੱਚਾ ਉਹਨੀ ਐਕਟਿਵਲੀ ਪਾਰਟਿਸਿਪੇਟ ਨਹੀਂ ਕਰ ਪਾਉਂਦਾ, ਤਾਂ ਉਹ ਚੱਕੇਗਾ, ਕੋਈ ਵੀ ਫਲੈਸ਼ ਕਾਰਡ ਚੱਕ ਸਕਦਾ ਹੈ ਤੇ ਆਪਣੇ ਆਪ ਇਸ ਵਿੱਚ ਇਨਸਰਟ ਕਰ ਸਕਦਾ ਹੈ। ਬੱਚੇ ਦੀ ਹਾਈਟ ਦੇ ਅਕੋਰਡਿੰਗ ਮੈਂ ਇਸ ਨੂੰ ਉੱਪਰ ਜਾਂ ਨੀਚੇ ਹੈਂਗ ਕਰ ਸਕਦੀ ਹਾਂ। ਸਪੋਜ਼ ਮੈਂ ਉਹਨੂੰ ਮਾਤਰਾਵਾਂ ਸਿਖਾਤੀਆਂ। ਮੈਂ ਬੱਚੇ ਨੂੰ ਪਹਿਲੇ ਮੁਕਤਾ ਸ਼ਬਦ ਦਿੱਤਾ ਕਰਨ, ਮੈਂ ਉਸ ਨੂੰ ਕਿਹਾ ਆਪਾਂ ਇਹਨੂੰ ਕਿਰਨ ਬਣਾਉਣਾ, ਤਾਂ ਇਹ ਮਾਤਰਾਵਾਂ ਪਈਆਂ, ਤੁਸੀਂ ਇਸ 'ਚੋਂ ਫਲੈਸ਼ ਕਾਰਡ ਚੱਕੋ। ਜੇ ਬੱਚੇ ਨੂੰ ਪਤਾ ਲੱਗ ਗਿਆ, ਉਹਨੂੰ ਸਮਝ ਆ ਚੁੱਕੀ ਹੈ, ਉਹ ਸਾਰੀ ਮਾਤਰਾਵਾਂ ਵਿੱਚੋਂ ਚੱਕ ਕੇ ਇਸ ਨਾਲ ਬੱਚੇ ਦੀ ਬਹੁਤ ਐਕਟਿਵਲੀ ਪਾਰਟਿਸਿਪੇਸ਼ਨ ਹੋਏਗੀ। ਇਸ ਤੋਂ ਇਲਾਵਾ ਬਾਕੀ ਸਾਰੀ ਮਾਤਰਾਵਾਂ ਲਈ ਇਹਨੂੰ ਯੂਜ਼ ਕਰ ਸਕਦੇ। ਜਿਵੇਂ ਮੈਂ ਉਹਨੂੰ ਕਹਿਤਾ ਬੇਟਾ ਕਾਰਨ ਬਣਾਉਣਾ, ਕਾਰਨ, ਤਾਂ ਬੱਚਾ ਇੱਥੋਂ ਫਲੈਸ਼ ਕਾਰਡ ਕੱਢ ਸਕਦਾ, ਉਹਨੇ ਖੁਦ ਐਡਜਸਟ ਕਰਨਾ। ਜੇ ਬੱਚੇ ਨੂੰ ਸਮਝ ਆ ਚੁੱਕੀ ਹੈ, ਕਈ ਵਾਰ ਬੱਚਾ ਮਿਸਟੇਕ ਵੀ ਕਰੇਗਾ, ਤੇ ਜਦੋਂ ਉਹਨੂੰ ਸਮਝ ਆ ਜਾਏ ਮੁਰੱਤਬ ਦੇ ਵਿੱਚ ਬੇਸਿਕ ਸੀਗਾ ਤੇ ਉਹਦੀ ਹੈਲਪ ਲਈ ਉਹ ਮੈਨੂੰ ਇਹਦੀ ਜ਼ਰੂਰਤ ਸੀਗੀ। ਜਦੋਂ ਬੱਚੇ ਸਾਡੇ ਅਸੀਂ ਅੱਖਰ ਪਹਿਚਾਣ ਤੋਂ ਬਾਅਦ ਮਤਲਬ ਕਿ ਲਗਾਮਤਾਵਾਂ 'ਤੇ ਪਹੁੰਚਦੇ ਹਾਂ, ਮਹਾਰਨੀ ਕਰਾਉਣੇ ਆ। ਮਹਾਰਨੀ ਤੋਂ ਬਾਅਦ ਬੱਚਿਆਂ ਨੂੰ ਜਦੋਂ ਸ਼ਬਦ ਕਰਾਉਣੇ ਨੇ, ਸ਼ਬਦ ਦੇ ਵਿੱਚ ਮੁਕਤ ਤੋਂ ਸਟਾਰਟ ਕੀਤਾ ਗਿਆ ਤੇ ਸਾਰੇ ਬੱਚਿਆਂ ਨੂੰ ਪੜਾਅ ਦਰ ਪੜਾਅ ਅਸੀਂ ਨੇ ਉਦੋਂ ਤੱਕ ਸ਼ਬਦਾਂ ਤੋਂ ਇਹ ਕਨਸੈਪਟ ਹੈ ਜੀ ਫੁਲਕਾਰੀ ਦਾ। ਇਹਦੇ ਬਣਾਉਣ ਪਿੱਛੇ ਰੀਜ਼ਨ ਇਹ ਸੀ ਕਿ ਸਾਡੇ ਸਕੂਲ 'ਚ ਨਾ ਤੀਆਂ ਦਾ ਫੰਕਸ਼ਨ ਸੀ ਔਰ ਮੈਂ ਬੱਚਿਆਂ ਨੂੰ ਕਿਹਾ ਵੀ ਤੁਹਾਨੂੰ ਫੁਲਕਾਰੀ ਲੈ ਕੇ ਆਉਣੀ ਹੈ, ਤੇ ਉਹ ਬੱਚੇ ਇੱਕ ਦੂਜੇ ਨਾਲ ਗੱਲ ਕਰਦੇ ਕਹਿੰਦੇ ਫੁਲਕਾਰੀ ਹੋਗਾ ਤਾਂ ਸਾਰਾ ਤੇਰੇ ਮੰਮਾ ਨੇ ਚੁੰਨੀ। ਤੇ ਫਿਰ ਮੈਂ ਜਦੋਂ ਟੌਪਿਕ ਚੁਣ ਰਹੀ ਸੀ ਤਾਂ ਮੈਂ ਨਾ ਬੱਚਿਆਂ ਦੀਆਂ ਕਿਤਾਬਾਂ ਫਰੋਲੀਆਂ, ਤਾਂ 5ਵੀਂ ਕਲਾਸ ਦੇ ਵਿੱਚ ਮੈਨੂੰ ਪਾਠ ਮਿਲ ਗਿਆ, 13ਵਾਂ ਪਾਠ ਹੈ ਜੀ ਫੁਲਕਾਰੀ ਕਲਾ। ਤਾਂ ਫਿਰ ਮੇਰੇ ਦਿਮਾਗ 'ਚ ਆਈਡੀਆ ਆਇਆ ਵੀ ਇਹਨੂੰ ਕਿਵੇਂ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਇਹ ਮੇਰੇ ਕੋਲ ਬਾਗ ਹੀ, ਇਹ ਬਹੁਤ ਪੁਰਾਣਾ ਬਾਗ ਆ, ਇਹ ਵੀ ਬੱਚਿਆਂ ਨੂੰ ਦਿਖਾ ਸਕਦੇ ਹਾਂ। ਤੇ ਇਹ ਜਿਹੜਾ ਸਾਰਾ ਕੁਝ ਬਣਿਆ ਇਹ ਮੈਂ ਮਿੱਟੀ ਦਾ ਹੀ ਬਣਾਇਆ। ਇਹ ਚਰਖਾ ਵੀ ਜਿਵੇਂ ਵੇਸਟ ਮਟੀਰੀਅਲ ਵੀ ਬਣਿਆ ਹੋਇਆ, ਤੇ ਇਹਦਾ ਪਰਪਸ ਇਹ ਹੈ ਕਿ ਬੱਚਿਆਂ ਨੂੰ ਨਾ ਇੱਕ ਤਾਂ ਸਾਡੇ ਕਲਚਰ ਬਾਰੇ ਪਤਾ ਲੱਗੇਗਾ, ਔਰ ਦੂਸਰਾ ਬੱਚੇ ਨੂੰ ਪਤਾ ਲੱਗ ਜੂ ਵੀ ਜਿਹੜੀ ਫੁਲਕਾਰੀ ਹੈ ਉਹਦੀ ਕਢਾਈ ਹੈ ਜਿਹੜੀ ਵੀ ਥੋੜ੍ਹੀ ਜਿਹੀ ਬਿਰਲੀ ਹੁੰਦੀ ਹੈ, ਪਰ ਜਿਹੜਾ ਬਾਗ ਹੁੰਦਾ ਹੈ ਉਹ ਬਹੁਤ ਸੰਘਣੀ ਕਢਾਈ ਦਾ ਹੁੰਦਾ। ਤੇ ਨਾਲ ਇਹਦੇ ਜਿਵੇਂ ਐਲੋਜ਼ ਵੀ ਲਿਖੇ ਹੋਏ ਨੇ, ਨਾਲ ਹੀ ਮਤਲਬ ਸਾਰਾ ਮਿੱਟੀ ਦਾ ਹੀ ਕੰਮ ਹੋਇਆ। ਤੇ ਇਹ ਜੋ ਬੀਬੀਆਂ 2 ਬੱਚਿਆਂ ਨੂੰ ਦੱਸਾਂਗੇ ਵੀ ਬੇਟਾ ਪਹਿਲਾਂ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਬੈਠ ਕੇ ਆਪ ਬਾਗ ਜਿਹੜੀਆਂ ਮੈਟੀਰੀਅਲਾਂ ਨੂੰ ਬਣਾਈ ਹੈ। ਇਹ ਜਿਹੜੀ ਪਹਿਲੀ ਦੂਜੀ ਕਲਾਸ ਦੀ ਕੰਪੀਟੈਂਸੀ ਆ 10 ਪੁਆਇੰਟ ਉਹਨੂੰ ਕਲੀਅਰ ਕਰਦੀ ਹੈ। ਜਦੋਂ ਬੱਚੇ ਅੱਖਰਾਂ ਦੀਆਂ ਧੁਨੀਆਂ ਸਿੱਖ ਲੈਂਦੇ ਨੇ, ਧੁਨੀਆਂ ਦੇ ਨਾਲ ਮਾਤਰਾਵਾਂ ਦਾ ਪ੍ਰਯੋਗ ਕਿਵੇਂ ਕਰਨਾ ਉਹਨੂੰ ਕਲੀਅਰ ਕਰਦੇ ਆ। ਤੇ ਇਹ ਆ ਇਹਦੇ ਵਿੱਚ ਇਹ ਹੈ ਜੀ TLM ਦੇ ਵਿੱਚ ਪਹਿਲਾਂ ਤਾਂ ਜਿਵੇਂ ਆਪਾਂ ਬੱਚਿਆਂ ਨੂੰ ਰਸਤੇ ਵਿੱਚ ਸਵਾਲ 3 ਨੇ ਊੜਾ ਆੜਾ ਈੜੀ, ਇਹਦੇ ਵਿੱਚ ਆਪਾਂ ਦੱਸ ਸਕਦੇ ਹਾਂ ਕਿ ਊੜੇ ਨੂੰ ਕਿਹੜੀਆਂ ਮਾਤਰਾਵਾਂ ਲੱਗਦੀਆਂ, ਆੜੇ ਨੂੰ ਕਿਹੜੀਆਂ ਲੱਗਦੀਆਂ ਨੇ। ਇਹਦੇ ਤੋਂ ਬਿਨਾਂ ਇੱਕ ਐਕਟੀਵਿਟੀ ਵੀ ਕਰਾਈ ਜਾ ਸਕਦੀ ਹੈ, ਜਿਵੇਂ ਬੱਚਿਆਂ ਨੂੰ ਇਕੱਠੀਆਂ ਕਰਕੇ ਦੇਤੀਆਂ ਵੀ ਊੜੇ ਨੂੰ ਦੱਸੋ ਬੱਚੇ ਕਿਹੜੀਆਂ ਲੱਗਦੀਆਂ ਨੇ, ਉਹ ਬੱਚਾ ਕੱਢ ਕੇ ਆਪਣੇ ਆਪ ਲਿਖ ਸਕਦੇ, ਠੀਕ ਹੈ ਨਾ। ਜੋ ਵੀ ਐਂ ਹੀ ਫਿਰ ਮਾਤਰਾਵਾਂ ਦੇ ਨਾਲ ਸ਼ਬਦਾਂ ਦੀ ਵਰਤੋਂ, ਅੱਖਰਾਂ ਦੇ ਨਾਲ ਮਾਤਰਾਵਾਂ ਦੀ ਵਰਤੋਂ। ਜਿਵੇਂ ਹੁਣ ਕੰਨਾ ਕਰਨ ਲੱਗੇ ਆ ਤਾਂ ਕੰਨੇ ਲਈ ਬੱਚੇ ਨੂੰ ਵੀ ਦੱਸ ਸਕਦੇ ਹਾਂ ਵੀ ਇੱਕ ਕੰਨੇ ਅੱਖਰ ਆ, ਮੁਕਤਾ ਅੱਖਰ ਹ ਰ सिखा सकते चक्री ना। ये मेज बन गया मात्रा नाल, कार बन गई, नीला हो गया, दिन हो गया, पट्टी पत्ता हो गया। एम पाँच नौ बच्चे शब्द ਪਿੰਡ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਆਪਾਂ ਨੂੰ ਕੀ ਕੁਛ ਮਿਲਦਾ। ਜਿਵੇਂ ਕਿ ਆਪਣੇ ਪਿੰਡ ਦੇ ਵਿੱਚ ਕੀ ਕੁਛ ਹੈ, ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਕਿਤਾ। ਉਸ ਤੋਂ ਬਾਅਦ ਘਰ ਨੇ ਜੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਘਰ ਐਸੇ ਨੇ ਜੋ ਪੱਕੇ ਨੇ, ਪਰ ਕੁਝ ਘਰ ਨੇ ਜੋ ਕੱਚੇ ਨੇ। ਤਾਂ ਉਹ ਘਰਾਂ ਦੇ ਵਿੱਚ ਲੋਕਾਂ ਨੇ ਕੀ ਹੈ ਪਸ਼ੂ ਪਾਲੇ ਹੋਏ ਨੇ, ਮੱਝਾਂ ਗਾਵਾਂ, ਕਈ ਘਰਾਂ ਦੇ ਵਿੱਚ ਕੁੱਤੇ ਰੱਖੇ ਹੋਏ ਹੈ। ਔਰ ਜੋ ਆਪਣੀਆਂ ਸੜਕਾਂ ਨੇ ਇਸ ਟਾਈਮ ਦੇ ਵਿੱਚ ਗਲੀਆਂ ਸੜਕਾਂ ਉਹ ਪੱਕੀਆਂ ਨੇ। ਉਸ ਤੋਂ ਬਾਅਦ ਆਪਣੇ ਸਕੂਲ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇੱਕ ਸਰਕਾਰੀ ਸਕੂਲ ਹੈ ਜੋ ਸਮਾਰਟ ਸਕੂਲ ਬਣ ਚੁੱਕਿਆ ਹੈ। ਉੱਥੇ ਜੋ ਪੜ੍ਹਾਈ ਹੈ ਉਹ ਬਹੁਤ ਹੀ ਆਧੁਨਿਕ ਤਕਨੀਕ ਨਾਲ ਕਰਵਾਈ ਜਾਂਦੀ ਹੈ। ਆਪਣੇ ਪਿੰਡ ਵਿੱਚ ਇੱਕ ਡਿਸਪੈਂਸਰੀ ਹੈ, ਹੋਰ ਆਪਣੇ ਪਿੰਡ ਦੇ ਵਿੱਚ ਡਾਕਖਾਨਾ ਹੈ ਜੀ। ਤਾਂ ਕੂੜੇਦਾਨ ਹਰ ਜਗ੍ਹਾ ਦੇ ਵਿੱਚ ਰੱਖਿਆ ਹੋਇਆ ਤਾਂ ਕਿ ਪਿੰਡ ਜੋ ਆਪਣਾ ਸਾਫ਼ ਸੁਥਰਾ ਰਹਿ ਸਕੇ। ਇਹਦੇ ਵਿੱਚ ਆਪਾਂ ਜੋ ਕੰਪੀਟੈਂਸੀ ਉਹ ਸੀ 10.2 ਔਰ 10.4 ਜੋ ਕੰਪਲੀਟ ਕਰਦੇ ਹੈਗੇ। ਤਾਂ ਇਸ TLM ਦੀ ਮਦਦ ਨਾਲ ਆਪਾਂ ਮਤਲਬ ਕਿ ਸੈਕਿੰਡ ਕਲਾਸ ਨੂੰ ਤਾਂ ਕਰਵਾ ਸਕਦੇ, ਉਸ ਤੋਂ ਬਿਨਾਂ ਆਪਾਂ ਦੂਸਰੀਆਂ ਕਲਾਸਾਂ ਦੇ ਵਿੱਚ ਵੀ ਇਹ ਮਦਦਗਾਰ ਸਾਬਿਤ ਹੋਏਗੀ। ਤੁਰੰਤ ਆਪਣੇ ਕੋਲ ਬੱਚੇ ਆਉਂਦੇ ਆ ਕਿ ਆਪਾਂ ਤਸਵੀਰਾਂ ਦੇ ਨਾਲ ਉਹਨਾਂ ਨੂੰ ਪਹਿਲਾਂ ਇਹ ਸਾਰਾ ਸਿਖਾਉਂਦੇ ਹਾਂ ਪੰਜਾਬੀ ਵਰਣਮਾਲਾ। ਹੁਣ ਤਸਵੀਰਾਂ ਤੋਂ ਹਟਾ ਕੇ ਆਪਾਂ ਉਹਨਾਂ ਨੂੰ ਮਤਲਬ ਵਰਣਮਾਲਾ ਤੇ ਲੈ ਕੇ ਆਉਂਦੇ ਤੇ ਸਾਰਾ ਚੈੱਕ ਕਰਨਾ ਕਿ ਪਹਿਚਾਣ ਹੋ ਗਈ ਕਿ ਨਹੀਂ। ਪੂਰਾ ਕੰਸੈਪਟ ਪਹਿਲੀ ਕਲਾਸ ਨੂੰ ਰਿਪਰੈਜ਼ੈਂਟ ਕਰਦਾ ਹੈ। ਇਹ ਸਾਰੀ ਪੰਜਾਬੀ ਵਰਣਮਾਲਾ ਲਿਖੀ ਹੋਈ ਹੈ। ਤਾਂ ਫਿਰ ਉਸ ਤੋਂ ਬਾਅਦ ਵਰਣਮਾਲਾ ਤੋਂ ਬਾਅਦ ਆਪਾਂ ਬੱਚਿਆਂ ਨੂੰ ਸਵਾਰ ਕਰਾਉਣਾ ਹੈ ਊੜਾ ਆੜਾ ਈੜੀ, ਕਿ ਜਿਸ ਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਪੰਜਾਬੀ ਪੜ੍ਹਨ ਲਗਾਉਣਾ ਹੈ।
ਇਹ ਮੈंने ਵਿਅੰਜਨ ਬਣਾਏ ਨੇ, ਇਹਨੂੰ ਲਿਖੋ ਦਾਂਗੇ ਤਾਂ ਬੱਚਿਆਂ ਨੂੰ ਪਤਾ ਚੱਲ ਜਾਏਗਾ ਕਿ ਇਹ ਵਿਅੰਜਨ ਨੇ। ਉਸ ਤੋਂ ਬਾਅਦ ਆਪਾਂ ਨੇ ਇਹ ਦੇਖਣਾ ਹੈ ਕਿ ਰੱਟਾਫਿਕੇਸ਼ਨ ਦੇ ਨਾਲ ਬੱਚਾ ਇਹਦਾ ਪੜ੍ਹ ਦੇਗਾ ਕਿ ਚੱਚਾ, ਛੱਛਾ, ਜੱਜਾ, ਝੱਜਾ ਜੋ ਵੀ ਹੈ, ਤੇ ਆਪਾਂ ਦੇਖਣਾ ਹੈ ਕਿ ਉਹਨੂੰ ਇਕੱਲੇ ਅਕਸ਼ਰ ਦੀ ਪਹਿਚਾਣ ਹੋ ਗਈ ਕਿ ਨਹੀਂ। ਉਹਦੇ ਲਈ ਭਲਾਵੇਂ ਅੱਖਰ ਬਣਾਏ ਨੇ, ਇਹਨਾਂ 'ਚੋਂ ਰੈਂਡਮਲੀ ਆਪਾਂ ਕੋਈ ਵੀ ਅਕਸ਼ਰ ਲਗਾ ਸਕਦੇ ਹਾਂ। ਮੈਂ ਸਿਰਫ ਇੱਥੇ ਇਹ ਵਾਲੇ ਅਕਸ਼ਰ ਕੀਤੇ ਨੇ। ਜਦੋਂ ਬੱਚੇ ਨੂੰ ਰੈਂਡਮਲੀ ਪਹਿਚਾਣ ਹੋ ਗਈ, ਫਿਰ ਆਪਾਂ ਉਹਨਾਂ ਨੂੰ ਮੁਕਤ ਸ਼ਬਦ ਤੇ ਲੈ ਕੇ ਜਾਵਾਂਗੇ। ਇਸ ਦੀ ਇੱਕ ਖਾਸੀਅਤ ਇਹ ਹੈ ਕਿ ਇਹਨੂੰ ਮੈਂ ਬਲੈਕ ਬੋਰਡ 'ਤੇ ਜਾਂ ਕਿਤੇ ਵੀ ਚਿਪਕਾ ਦਾਂ ਜਾਂ ਬੱਚਿਆਂ ਨੂੰ ਦੇ ਦਾਂ, ਉਹ ਆਪਣੇ ਟੇਬਲ 'ਤੇ ਈਜ਼ੀਲੀ ਇਹਨਾਂ 'ਚੋਂ ਵਰਡ ਲੈ ਕੇ ਬਣਾ ਸਕਦੇ ਆ। ਇਹਦੇ ਨਾਲ 2 ਅਕਸ਼ਰ ਹੀ ਬਣ ਜਾਣਗੇ। ਇਹ ਸਾਰਾ ਸਰ ਇਸ ਤਰ੍ਹਾਂ ਮਤਲਬ ਉੱਪਰ ਹੋ ਜਾਏਗਾ, ਜਿਵੇਂ ਜ ਲ ਸਾਊਂਡ ਪੜ੍ਹਾਉਣ ਤੋਂ ਬਾਅਦ ਕੋਈ ਵੀ ਸ਼ਬਦ ਨੇ, ਜੇ ਆਪਾਂ ਨੇ ਕਰਮ ਬਣਾਉਣਾ ਕ ਰ ਮ, ਬੱਚੇ ਇਸ ਤਰੀਕੇ ਦੇ ਨਾਲ ਇਹਨੂੰ ਉਠਾ ਲੈਣਗੇ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਮੁਕਤ ਸ਼ਬਦ ਕਲੀਅਰ ਹੋ ਗਏ 4 ਅਕਸ਼ਰੀ ਤੱਕ, ਫਿਰ ਆਪਾਂ ਉਹਨਾਂ ਨੂੰ ਲਗਾ ਮਾਤਰਾਵਾਂ 'ਤੇ ਲੈ ਕੇ ਜਾਵਾਂਗੇ। ਫਿਰ ਮੈंने ਲਗਾ ਮਾਤਰਾ ਦੇ ਸਾਰੇ ਸਿੰਬਲ ਬਣਾਏ ਨੇ, ਨਾਲ ਇੱਕ ਬਾਕਸ ਬਣਾਇਆ ਜਿਹਦੇ ਵਿੱਚ ਲਗਭਗ ਹਰ ਇੱਕ ਮਾਤਰਾ ਦੇ 6 ਜਿਹੜਾ ਉਹਨੂੰ ਰਿਪਰੈਜ਼ੈਂਟ ਕੀਤਾ ਹੈ। ਜਦੋਂ ਆਪਾਂ ਉਹਨਾਂ ਨੂੰ ਮਾਤਰਾ ਸ਼ਬਦ ਸਿਖਾਉਣਾ ਜਿਵੇਂ ਕੰਨਾ ਹੈ, ਤਾਂ ਉਸ ਦੇ ਵਿੱਚ ਮੈਂ ਬੱਚਿਆਂ ਨੂੰ ਕੰਨਾ ਨਹੀਂ ਸਿਖਾਉਂਦੀ, ਤੇ ਉਹਦੇ ਵਿੱਚ ਮੈਂ ਸਿਖਾਉਂਦੀ ਹਾਂ ਬੱਚਿਆਂ ਨੂੰ ਕਿ ਮੈਨੂੰ ਬੇਟਾ ਤੁਹਾਡੇ ਮਾਰਿਆ ਡੰਡਾ ਤੁਸੀਂ ਕੀ ਕਹੋਗੇ, ਉਹ ਕਹਿਣਗੇ ਆ। ਤਾਂ ਉਸੇ ਤਰ੍ਹਾਂ ਜੇ ਗਾ ਕੀ ਗਾ ਕੇ ਵੀ ਕਰਾ ਸਕਦੇ ਹਾਂ। ਮੁਕਤਾ ਅ, ਕੰਨਾ ਆ, ਸਿਹਾਰੀ ਈ, ਬਿਹਾਰੀ ਕੀ, ਔਂਕੜ ਕੁ, ਦੁਲੈਂਕੜ ਕੂ, ਲਾ ਏ, ਦੁਲਾਮਾ ਕੈ, ਹੋੜਾ ਕੌ, कनौड़ा कौ, टिप्पी कंग, कन्ना बिंदी कां। और ये पूरा इरेजेबल है जी। दोबारा बच्चा अपनी पसंद का कोई भी नाम का लिखे, कुछ भी लिखे, उसमें यूज़ करता है। इससे कोई भी खर्चा नहीं आया, सिंपल गत्ता मेरे को पिया सीगा, पेपर पेस्ट किया वाइट कलर का, एक धागा लाया जी, बाकी कुछ भी नहीं है। ये बच्चा रोज़ अपनी आके प्रैक्टिस कर सकता है, मुहावरे सीख सकता है। उस तो बाद आप अखर तो बच्चों को शब्दों से ले जा सकते हैं मुहावरे, क्योंकि मुहावरे जी बेस है पंजाबी का। मुहावरे आ गई तो बच्चे को पंजाबी लिखनी आ गई, मात्रा की पछाण प्रैक्टिस के नाल बच्चा मात्रावां कर सकता है। सत श्रीकाल जी, मेरा टॉपिक है LCM लघुत्तम समापकर्ता ते HCF। एक वर्किंग मॉडल है। ये वाला जोड़ा हैगा टॉपिक बच्चे सीख तो चाहे लेंदे हैं, पर जो अपना मिशन होंदा है कि बच्चों को समझ आवे, ठीक है, प्रैक्टिकली वो नहीं बच्चों को पता लगता भी ये किवें आया। घर चाहे औखा सौखा बच्चे 5वीं क्लास से सीख लेंदे, बट इन्हां दी अगे प्रैक्टिकल यूज़ भी बहुत होंदा है। रोज़ाना जीवन में अपनी जिवें हुण इस दे विच 2 या 2 तो वध संख्यावां दा बच्चे LCM या HCF दोनों चीज़ां इस तरह कट सकते हैं। फॉर एग्जाम्पल मैं तीन संख्यावां दा करके दिखा रही हूँ। जे बच्चे ने 3, 3, 4 और 6 का LCM लघुत्तम समापकर्ता करना है, बच्चे को पहाड़े आते ही होंगे, फिर तो पहलों 3 का टेबल पढ़ेगा, 3 पहाड़ा करेगा, 3 1 का 3, 3 से लाएगा अपना, फिर 3 2 6 एंड 3 3 9, 3 4 12, 3 5 15, 3 6 18, 3 7 21, 3 8 24 एंड सो ऑन। फिर उन्होंने आप 3 संख्यावां है, फिर 4 का टेबल पढ़ेगा, एक नोटिस एक कलर का 4 के टेबल से लगाएगा। 4 1 4, 4 2 8, 4 3 12, 4 4 16, 4 5 20, 4 6 24 एंड सो ऑन। फिर अपना तीसरी संख्या सी 6 के टेबल से 6 के टेबल से बच्चा मुक्ति पाएगा। 6 का पढ़ा पड़ेगा, 6 1 6, 6 2 12, 6 3 18, 6 4 24 एंड ਇੱਕ ਵਿੱਚ ਇੱਕ ਹੁੰਦੇ ਆ, 2 ਵਿੱਚ 2 ਹੁੰਦੇ ਆ, 3 ਚ 3 ਗਿਣੂਗਾ ਤੇ ਬੱਚਾ ਲਿਖੂਗਾ। ਉਸ ਤੋਂ ਬਾਅਦ ਸਰ ਗਿਣੋ ਤੇ ਪਛਾਣੂਗਾ। 5 ਦੇਖੋ, 5 ਵਿੱਚ ਗਿਣੂਗਾ ਵੀ ਕਿੰਨੇ ਨੇਗੇ, ਡਾਟਸ ਕਿੰਨੀਆਂ ਆ ਗਈਆਂ। ਉਸ ਤੋਂ ਬਾਅਦ ਸਰ ਮਿਸਿੰਗ ਨੰਬਰ, 1 ਤੋਂ ਬਾਅਦ ਕਿੰਨਾ ਆਉਂਦਾ ਹੈ, 3 ਤੋਂ ਪਹਿਲਾਂ ਕੀ ਆਉਂਦਾ ਹੈ, 5 ਤੋਂ ਪਹਿਲਾਂ ਕੀ ਆਉਂਦਾ, 3 ਤੋਂ ਬਾਅਦ ਕੀ ਆਉਂਦਾ ਹੈ। ਉਸ ਤੋਂ ਬਾਅਦ ਬਿਫੋਰ, ਉਸ ਤੋਂ ਬਾਅਦ ਆਫਟਰ, 2 ਤੋਂ ਬਾਅਦ ਕਿੰਨਾ ਆਉਂਦਾ ਹੈ, ਇਹ ਸਭ ਕੁਝ ਕਰੂਗਾ ਸਰ। ਉਸ ਤੋਂ ਬਾਅਦ ਸਰ ਇੱਥੇ ਅੰਕ ਲਿਖੂਗਾ। ਫਿਰ ਉਸ ਤੋਂ ਬਾਅਦ 5 ਨੇਗੇ ਤਾਂ 5 ਫਲਾਵਰ ਲਗਾਊਗਾ, ਗਿਣ ਕੇ 1 2 3 4 5। ਉਸ ਤੋਂ ਬਾਅਦ ਇੱਥੇ 5 ਲਿਖਣਗੇ, 4 ਤਾਂ ਬੱਚੇ ਨੂੰ ਕੱਢ ਕੇ ਕਲੈਪ ਕਰੂਗਾ, 4 ਵਾਰ ਕਲੈਪ ਕਰੂਗਾ। ਉਸ ਤੋਂ ਬਾਅਦ ਸਰ ਐਡੀਸ਼ਨ ਕਰੂਗਾ, 3 ਸਟਿੱਕਾਂ ਕੱਢੂਗਾ, ਫਿਰ 2, ਫਿਰ ਟੋਟਲ ਕਰੂਗਾ ਵੀ ਕਿੰਨੀਆਂ ਸਟਿੱਕਾਂ ਹੋਣਗੀਆਂ। ਇਸ ਤੋਂ ਬਾਅਦ ਸਰ ਉਹ ਘਟਾ ਕਰੂਗਾ, 4 ਕੱਢੂਗਾ। ਉਸ ਤੋਂ ਬਾਅਦ ਵੀ 1 ਘਟਾ ਕਰਨਾ, ਉਹ ਕੱਟੀ ਜਾਊਗਾ। ਉੱਥੇ ਸਰ ਹੈਗਾ ਔਡ ਨੰਬਰ ਤੇ ਈਵਨ ਨੰਬਰ। ਬੱਚੇ ਨੂੰ ਪਹਿਲਾਂ ਵੀ ਦੱਸਾਂਗੇ ਔਡ ਕਿਹੜਾ ਹੁੰਦਾ, ਈਵਨ ਉਸ ਤੋਂ ਬਾਅਦ ਉਹ ਕੱਢੂਗਾ, 2 ਵਾਲੇ ਹੋ ਗਏ, 4 ਇੱਦਾਂ। ਫਿਰ ਸਰ ਸ਼ੇਪਸ ਦੱਸਾਂਗੇ ਵੀ ਵਰਗ ਹੁੰਦਾ ਹੈ, ਚੱਕਰ ਹੈ, ਆਇਤ ਹੈ, ਤਿਕੋਣ ਹੈ। ਉਸ ਤੋਂ ਬਾਅਦ ਉਹਨੂੰ ਪੁੱਛਾਂਗੇ ਵੀ ਕਲਰ ਗਿਣ ਲਓ, ਕਲਰ ਵੀ ਹੋ ਜਾਏਗਾ। ਉਸ ਤੋਂ ਬਾਅਦ ਵਰਗ ਗਿਣੂਗਾ ਵੀ ਕਿੰਨੇ ਵਰਗ ਨੇ, ਇਹਦੇ ਵਿੱਚੋਂ ਸਾਰੇ ਗਿਣ ਕੇ ਦੱਸੇਗਾ। ਫਿਰ ਸਰ ਆ ਗਏ ਪਿੰਨਾਂ ਆ ਗਈਆਂ, ਵੀ ਪਹਿਲਾਂ ਇੱਕ ਪਾਰਟ ਹੁੰਦਾ ਹੈ, ਫਿਰ ਉਹਦੇ 2 ਬਣ ਜਾਂਦੇ ਆ, ਫਿਰ 3, ਫਿਰ 4। ਫਿਰ ਸਰ ਹੈਗਾ ਬਿਗ ਤੇ ਸਮੌਲ ਦਾ, ਵੀ ਸਭ ਤੋਂ ਵੱਡਾ ਇਹ ਹੁੰਦਾ, ਉੱਪਰ ਹੁੰਦਾ ਜਿਹੜਾ ਸਭ ਤੋਂ ਵੱਡਾ ਹੁੰਦਾ, ਜਦੋਂ ਨੀਚੇ ਜਾਂਦੇ ਸਭ ਤੋਂ ਛੋਟਾ ਹੋ ਜਾਂਦਾ। ਫਿਰ ਸਰ ਆ ਗਿਆ ਪੈਟਰਨ, ਨਮੂਨੇ ਹੋ ਗਏ। ਇਸ ਤੋਂ ਬਾਅਦ ਪਹਿਲਾਂ ਦੱਸਾਂਗੇ ਬੱਚੇ ਨੂੰ, ਪਹਿਲਾਂ ਇਹ ਉਹਦੇ ਚੱਲੀ ਜਾਂਦਾ ਲੜੀ ਵਾਰ, ਉਹਦੇ ਤੁਸੀਂ ਚਲਾ ਲੈਂਦੇ, ਕਲਰ ਵਾਈਜ਼ ਵੀ ਹੋ ਜਾਊਗਾ ਔਰ ਸ਼ੇਪ ਵਾਈਜ਼ ਵੀ ਹੋ ਜਾਊਗਾ। ਉਸ ਤੋਂ
ਤੋਂ ਬਾਅਦ ਹੈਗਾ ਸਰ ਨੰਬਰ ਨੇਮ ਆ ਗਏ ਵੀ 1 ਕਿੰਨ ਇਹ ਕਿੰਨਾ ਆ ਗਿਆ ਜੀ ਕਿ ਤੋਂ ਪਹਿਲਾਂ ਕੀ ਆਇਆ ਤੇ ਬਾਅਦ ਚ ਕੀ ਆਇਆ ਜੀ, ਇਹਦੀ ਪਹਿਚਾਣ ਹੋ ਸਕਦੀ ਹੈ। ਜਿੰਨੀਆਂ ਵੀ ਸੰਖਿਆਵਾਂ ਆਪਾਂ ਬੱਚਿਆਂ ਨੂੰ ਪੁੱਛੀ ਜਾਵਾਂਗੇ, ਇਹ ਨਰਸਰੀ ਤੋਂ ਲੈ ਕੇ ਫਸਟ ਸੈਕਿੰਡ ਤੱਕ ਵੀ ਜਿਹੜੇ ਬੱਚਿਆਂ ਨੂੰ ਗਿਣਤੀ ਦੀ ਪਹਿਚਾਣ ਨਹੀਂ ਹੈਗੀ ਉਹ ਕਰਵਾ ਸਕਦੇ ਹਾਂ ਜੀ ਆਪਾਂ ਇਹਦੇ ਨਾਲ, ਅੱਗੇ ਵੀ ਤੇ ਪਿੱਛੇ ਵੀ। ਪ੍ਰੀ ਪ੍ਰਾਇਮਰੀ ਸੈਕਿੰਡ ਤੱਕ ਤੇ ਇਹਦੇ ਵਿੱਚ ਅੱਗੇ ਹੈ, ਇਹਦੇ ਵਿੱਚ ਸ਼ੇਪਸ ਬਣੇ ਹੋਏ ਹਨ, ਬੱਚਿਆਂ ਨੇ ਸ਼ੇਪਸ ਮੈਚਿੰਗ ਕਰਨੀ ਹੈ। ਸ਼ੇਪਸ ਮੈਚਿੰਗ ਕਰਨ ਤੋਂ ਬਾਅਦ ਅਸੀਂ ਬੱਚਿਆਂ ਨੂੰ ਇਹ ਕਰਵਾ ਸਕਦੇ ਹਾਂ ਕਿ ਇਹਨਾਂ ਦੀ ਸਾਈਜ਼ ਕਿੰਨੀ ਹੈ। ਛੋਟੇ ਬੱਚੇ ਸ਼ੇਪਸ ਮੈਚਿੰਗ ਕਰ ਲੈਣਗੇ, ਵੱਡੇ ਬੱਚੇ ਇਹਨਾਂ ਦੀ ਸਾਈਜ਼ ਗਿਣ ਲੈਣਗੇ ਕਿੰਨੀਆਂ। ਸਾਨੂੰ ਆਪਣਾ ਜਿਹੜਾ ਮੋਟਿਵ ਹੈ ਟੀਚਿੰਗ ਲਰਨਿੰਗ ਦਾ ਉਹ ਵੀ ਆਪਣਾ ਸਫਲ ਹੋ ਸਕਦਾ ਹੈ। ਹੁਣ ਜਿਵੇਂ ਆਪਾਂ ਗਿਣਤੀ ਸਿਖਾਉਣੀ ਹੈ ਬੱਚਿਆਂ ਨੂੰ, ਤਾਂ ਹੁਣ ਆਪਾਂ ਬੱਚਿਆਂ ਨੂੰ ਬਾਗ ਵਿੱਚ ਲੈ ਕੇ ਗਏ ਹਾਂ, ਤਾਂ ਬਾਗ ਵਿੱਚ ਬੱਚੇ ਬਹੁਤ ਸਾਰੇ ਫੁੱਲ ਖਿੜੇ ਹੋਏ ਆ, ਲੇਕਿਨ ਇੱਕ ਜਿਹੜੀ ਤਿਤਲੀ ਆ ਇੱਕ ਫੁੱਲ ਦੇ ਉੱਤੇ ਜਾਊਗੀ ਤੇ ਆਪਾਂ ਕਾਊਂਟਿੰਗ ਕਰਾਂਗੇ। 1 ਫਿਰ ਉੱਡ ਕੇ ਗਈ, 2 3 4 5 6। ਇਸ ਤਰ੍ਹਾਂ ਮਤਲਬ ਆਪਾਂ ਫਾਰਵਰਡ ਕਾਊਂਟਿੰਗ ਵੀ ਕਰਾ ਸਕਦੇ ਹਾਂ, ਔਰ ਜਦੋਂ ਬੱਚੇ ਫਾਰਵਰਡ ਕਾਊਂਟਿੰਗ ਕਰ ਲੈਂਦੇ ਆ ਫਿਰ ਆਪਾਂ ਇਸ ਨੂੰ ਬੈਕਵਰਡ ਕਾਊਂਟਿੰਗ ਵੀ ਸਿਖਾ ਸਕਦੇ ਹਾਂ। ਉਸ ਤੋਂ ਬਾਅਦ ਅਗਰ ਆਪਾਂ ਟੋਪਲੀ ਗਿਣਤੀ ਸਿਖਾਉਣੀ ਹੈ ਤਾਂ ਆਪਾਂ ਕਿਸੇ ਵੀ ਤਿਤਲੀ ਨੂੰ ਕਿਤੇ ਵੀ ਬਿਠਾ ਕੇ ਕਹਿ ਸਕਦੇ ਹਾਂ ਬੇਟਾ ਦੱਸੋ ਇਹ ਤਿਤਲੀ ਕਿਹੜੇ ਫਲਾਰ ਦੇ ਕਿਹੜੇ ਨੰਬਰ ਫਲਾਰ 'ਤੇ ਬੈਠੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਰ ਆਪਾਂ ਬੱਚਿਆਂ ਨੂੰ, ਇਹ ਮੇਰਾ ਜਿਹੜਾ ਗਿਣਤੀ ਵਾਲਾ ਕਨਸੈਪਟ ਹੈ ਕੰਪੀਟੈਂਸੀ 8.3 ਹੈ। ਹੁਣ ਇਸ ਤੋਂ ਬਾਅਦ ਅਗਰ 8.4 ਦਾ ਜਿਹੜਾ ਵੱਧਦਾ ਕ੍ਰਮ ਤੇ ਘਟਦਾ ਕ੍ਰਮ ਕਰਾ ਸਕਦੇ ਹਾਂ। ਆ ਦੇਖੋ ਬੇਟਾ ਜਿਵੇਂ ਉੱਪਰ ਵੱਲ ਨੂੰ ਜਾ ਰਹੇ ਹਾਂ ਤਾਂ ਇਹ ਵੱਧਦੇ ਕ੍ਰਮ ਵਿੱਚ ਹੈ, ਇਸੇ ਤਰ੍ਹਾਂ ਅਗਰ ਆਪਾਂ ਐਵੇਂ ਜਾ ਰਹੇ ਹਾਂ ਤਾਂ ਇਹ ਘਟਦੇ ਕ੍ਰਮ 'ਚ ਹੈ। ਇਸ ਦੇ ਨਾਲ ਹੀ ਨਾਲ ਆਪਾਂ ਬੱਚਿਆਂ ਨੂੰ ਜਿਸ ਟੰਕ ਦਾ ਕਨਸੈਪਟ ਵੀ ਕਰਾ ਸਕਦੇ ਹਾਂ। ਜਿਸਤ ਵਗੈਰਾ ਵਿੱਚ ਜਿਹੜੇ ਦੋ ਨਾਲ ਭਾਗ ਹੋ ਜਾਂਦੇ ਆ ਉਹਨਾਂ ਵਾਸਤੇ ਮੈंने ਅਲੱਗ ਕਲਰ ਕੰਬੀਨੇਸ਼ਨ ਬਣਾਇਆ, ਔਰ ਜਿਹੜੇ ਟਾਂਕ ਵਾਲੇ ਆ ਉਹਨਾਂ ਵਾਸਤੇ ਅਲੱਗ ਰੱਖਿਆ। ਦਹਾਈਆਂ ਦਾ ਕਨਸੈਪਟ ਕਰਾਉਣ ਵਾਸਤੇ ਮੈंने ਬੱਚਿਆਂ ਨੂੰ ਅਲੱਗ ਕਲਰ ਦੇ ਫਲਾਰ ਬਣਾ ਕੇ ਦੱਸਦੇ ਆ। ਇਸ ਤੋਂ ਬਾਅਦ ਅਗਰ ਆਪਾਂ ਨੂੰ 8.6 ਵਾਲੇ 'ਚ ਐਡੀਸ਼ਨ ਸਬਟ੍ਰੈਕਸ਼ਨ ਆਉਂਦੀ ਹੈ ਤਾਂ ਆਪਾਂ ਬੱਚਿਆਂ ਦੇ ਐਵੇਂ ਤਿਤਲੀਆਂ ਬਣਾਈਆਂ ਹੋਈਆਂ ਜਿਨ੍ਹਾਂ ਦੇ ਬੱਚੇ ਕਾਊਂਟ ਕਰਨਗੇ। ਜਿਵੇਂ 8 ਬਨ ਮੋਟੀ ਡਾਟਸ ਲਾਏ ਹੋਏ ਆ ਤਾਂ ਪਹਿਲੇ 8 ਤੇ ਜਾਏਗਾ, ਅਗਰ ਆਪਾਂ ਉਸ ਵਿੱਚ 6 ਐਡ ਕਰਨੇ ਆ ਤਾਂ 1 2 3 4 5 6। ਹੁਣ ਬੇਟਾ ਦੋਵਾਂ ਨੂੰ ਜੋੜ ਕੇ ਕਿੱਥੇ ਤੱਕ ਪਹੁੰਚ ਗਈ ਤਿਤਲੀ ਆਪਣੀ 14 ਤੇ, ਤਾਂ ਇਸ ਦਾ ਮਤਲਬ ਐਡ ਤੇ ਇਸੇ ਤਰ੍ਹਾਂ ਸਬਟ੍ਰੈਕਟ ਕਰਾਣਾ ਹੈ। ਦੱਸ ਮੋਨਿਕਾ ਮੈਂ ਤੇ ਡੀਐਲਐਮ ਬਣਾਈ ਜਿਹਦੇ 'ਚ ਆਪਾਂ ਨੂੰ ਸੰਖਿਆ ਪਹਿਚਾਣ 'ਚ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ। ਇੱਕ ਅੰਕੀ 2 ਅੰਕੀ 3 ਅੰਕੀ 4 ਅੰਕੀ ਬੱਚੇ ਕਨਫਿਊਜ਼ ਹੁੰਦੇ ਨੇ ਕਿ ਚ ਆਪਾਂ ਬੱਚਿਆਂ ਨੂੰ ਸਮਝਾਉਣਾ ਚਾਹਾਂਗੇ। ਅਗਰ ਬੱਚਾ ਪਹਿਲੀ ਕਲਾਸ ਦਾ ਹੀ ਹੈ ਜਾਂ ਕੇਜੀ ਦਾ ਹੈ ਤਾਂ ਉਹਨੂੰ ਵੀ ਆਪਾਂ ਯੂਜ਼ ਕਰਾ ਸਕਦੇ ਹਾਂ। ਇਵਨ ਕਿ ਫਸਟ ਸਟੈਂਡ ਤੱਕ ਜੋ ਬੱਚੇ ਲੈਵਲ ਤੋਂ ਲੋ ਰਹਿ ਗਏ ਨੇ ਨਹੀਂ ਸਿੱਖ ਪਾਏ ਉਹਨਾਂ ਨੂੰ ਵੀ ਆਪਾਂ ਸਿਖਾ ਸਕਦੇ ਹਾਂ। ਜਿਹੜਾ ਇਹ ਜੀ ਇੱਥੇ ਆ ਰਿਹਾ ਸੋ ਬੱਚਾ ਦੱਸੇਗਾ ਕਿ 3 ਠੀਕ ਹੈ ਜੀ। अगर बच्चों अपने इतनी संख्या चौकड़ी से लेके जाना, बच्चे मैंने दिखाओ की शक्ति है ये सारे रोटेट होंगे ने जी, इन्हें ਆਪਾਂ दिखा देंगे बेटा ठीक। फिर आप गल करते हैं बच्चा 2 अंक से आ गया जी, 2 अंक कितने भी रखा आप बच्चा संख्या 2 अंकों भी सीख सकिया है तो उन्होंने दिखाया कि बच्चा नंबर पढ़ेगा 2 अंकों वाला, ठीक है जी। 2 अंक का नंबर पढ़ने तो बाद ओके तू मैंने दस सकता है कि इसका किहड़ा स्थान है, तो स्थानक मूल भी आप इतने दिखा सकते हैं कि स्थान कितने है। मैम ये अगर बच्चे को कन्फ्यूज नहीं होएगा, बच्चे को पता है कि वो जो 6 का स्थान है दहाई का है तो उसकी संख्या लिखने पर संख्या लिखने के ऊपर आपको बताइए दिखा सकते हैं 67 बनया सैकड़ा से 0 0 ने इतने कोई नहीं होएगा। उस तो बाद बच्चे को अगर आप 3 अंक सिखा रहे हैं तो बच्चा सीख चुका है तो हम कितने भी रख दो बच्चे वॉट इज दिस नंबर, इन नंबर दसो की है, बच्चा कहेगा कि 812 है ओके। अच्छा 812 के 8 1 तो 2 का स्थान दस सकता है तो आप इसमें फिर लेके आवेंगे इसके ऊपर तो बच्चा इतों अपनी प्रैक्टिस के नाल कि जो 8 है वो सेंटे का है तो सेंटे के ऊपर देख करके मैम दहाई का 1 है। उस तो बाद इस तो बाद एक बात बनाइए मतलब खेल के बच्चे बच्चे बस का नंबर कितना है, बस का नंबर कितना है मैम 9034 ठीक है जी। तो बच्चा अपना की करेगा चलो तुम मिलोगे अपना स्थानक कौन दस सकते हो या बच्चे को दिखा सकते हो, हाँ जी हम दिखा सकते हो तो अपने हज़ार वाले को सिखा सकते हैं तो बच्चे बच्चे लग जाएगा हो रही है, संख्या का स्थान भी पता चल रहा है, बच्चे ग्रुप भी कर रहे हैं, स्थानक ग्रुप भी पता चल रहा है। 3 किलो 150 ग्राम फिर अपने पॉइंट में दसना है कि 1 किलोग्राम वाला फन है तो 1 ग्राम बड़िया क्लासा ऐदा ही ये आप जोड़ घटाओ और जोड़ और घटाओ दोनों सिखा सकते हैं। तीसरी आ गई अपनी लंबाई ठीक है, ये भी वर्किंग है ठीक है। पेंसिल आप हिला के छोटिया क्लासा पूछ सकते हैं जी पेंसिल कितने पहुँच गई जी नो
ਉਹ ਸਿਰਫ ਉਹਨੂੰ ਦੇਖਣਗੇ ਕਿ ਜੀ 5 ਉਹਨੂੰ ਦੱਸਣਾ ਕਿ ਸੈਂਟੀਮੀਟਰ ਹੈ, ਠੀਕ ਹੈ। ਇਹ ਮੈਂ ਇੱਥੋਂ ਨਹੀਂ ਸ਼ੁਰੂ ਕੀਤਾ, ਇੱਥੋਂ ਤਾਂ ਸ਼ੁਰੂ ਕੀਤਾ ਵੱਡੀਆਂ ਕਲਾਸਾਂ ਲਈ ਵੀ ਯੂਜ਼ ਹੋ ਜੇ ਕਿ ਕਈ ਵਾਰੀ ਆਪਾਂ ਵੱਡੀਆਂ ਕਲਾਸਾਂ ਚਾਹੁੰਦਾ ਹੈ ਉਹ ਦੇਖਦੇ ਨਹੀਂ ਕਿ ਹੈ ਕਿੱਥੇ ਹੈ ਪੈਨਸਿਲ, ਠੀਕ ਹੈ। ਪੈਨਸਿਲ ਜੀ ਇੱਥੇ ਪਹੁੰਚ ਗਈ ਤੇ ਉਹਦੀ ਲੰਬਾਈ ਕਿੰਨੀ ਹੈ, ਉਹਦੇ ਵਿੱਚੋਂ 10 ਜੋ ਆਪਾਂ ਨੇ ਇਹ ਜਿਹੜੇ ਹੈ ਪਿੱਛੇ ਪੈਨਸਿਲ ਇਹ ਘਟਾਣੇ ਹੈ, ਇਹ ਵੱਡੀਆਂ ਕਲਾਸਾਂ ਲਈ ਵੀ ਯੂਜ਼ ਹੋ ਸਕਦਾ ਹੈ, ਠੀਕ ਹੈ। ਐਵੇਂ ਹੀ ਇਸ ਚੀਜ਼ ਨੂੰ ਮੈਂ ਇੱਕ ਮਾਡਲ ਪਰ ਇੱਕ ਮਾਡਲ ਦੇ ਵਿੱਚ ਪ੍ਰੈਜ਼ੈਂਟ ਕੀਤਾ ਕਿ ਉਹ ਬੱਚੇ ਮਾਪ ਸ਼ੁੱਧ ਮਾਪ ਕਿਵੇਂ ਸਮਝਣ। ਇਹ ਇਹਨੂੰ ਖੁਦ ਸਟਿਚ ਕਰਤਾ ਇਸ ਦੇ ਉੱਪਰ, ਜਿਸ ਤੇ ਮੇਰੀ ਕੋਈ ਕਾਸਟ ਨਹੀਂ ਆਈ, ਤੇ ਕੁਝ ਫਲੈਸ਼ ਕਾਰਡ ਜੋ ਹਰ ਟੀਚਰ ਦੇ ਕੋਲ ਹੁੰਦੇ ਆ, ਪਰ ਮੈਨੂੰ ਇੱਕ ਕਮੀ ਲੱਗਦੀ ਸੀ ਕਿ ਵਰਕਸ਼ੀਟ ਜੇ ਆਪਾਂ ਬੋਰਡ ਤੇ ਕਰਾਉਂਦੇ ਆ ਕੋਈ ਵੀ ਵਰਕਸ਼ੀਟ ਵਾਲਾ ਕੰਮ, ਤਾਂ ਉਹ ਬੱਚਿਆਂ ਨੂੰ ਉਤਾਰਨਾ ਲਿਖਣਾ ਬਹੁਤ ਔਖਾ ਲੱਗਦਾ। ਇਸ ਬੱਚਿਆਂ ਦਾ ਇੰਟਰਸਟ ਬਣਦਾ ਹੈ ਮੈਂ ਇਹਨੂੰ ਵਰਕਸ਼ੀਟ ਵਾਂਗ ਯੂਜ਼ ਕਰਾਂਗੀ। ਸਪੋਜ਼ ਕਰੋ ਬੱਚਾ ਪਹਿਲੀ ਕਲਾਸ ਦਾ ਹੈ ਜਾਂ UKG ਦਾ ਵੀ ਹੋ ਸਕਦਾ ਹੈ, ਤਾਂ ਉਹ ਪਿਕਚਰ ਦੇਖ ਕੇ ਦੱਸ ਸਕਦਾ ਕਿ ਕਿੰਨਾ ਉੱਥੋਂ ਫਲੈਸ਼ ਕਾਰਡ ਚੱਕ ਕੇ ਉਹ ਖੁਦ ਇਸ ਦੇ ਵਿੱਚ ਇਨਸਰਟ ਕਰੇਗਾ। ਇਸ ਨੂੰ ਮੈਂ ਬੱਚੇ ਦੀ ਹਾਈਟ ਦੇ ਅਕੋਰਡਿੰਗ ਵਧਾ ਘਟਾ ਸਕਦੀ ਹਾਂ। ਉਸ ਤੋਂ ਬਾਅਦ ਆ ਜਾਂਦਾ ਜੀ ਇਸ ਮੈਂ ਇਕਾਈ, ਦਹਾਈ, ਸੈਂਕੜਾ, ਹਜ਼ਾਰ ਦਾ ਕੰਸੈਪਟ ਬੱਚਿਆਂ ਨੂੰ ਸਿਖਾ ਸਕਦੀ ਹਾਂ। ਇੱਕ ਅੰਕ ਹੈ ਉਹ ਇਕਾਈ ਹੈ, ਹੁਣ 31 ਇਕਾਈ ਔਰ ਦਹਾਈ ਦਾ ਯੂਜ਼ ਹੋ ਰਿਹਾ ਹੈ। ਜੇ ਆਪਾਂ ਇਹਨੂੰ 301 ਬਣਾਉਣਾ, ਮੈਂ ਬੱਚੇ ਨੂੰ ਹੀ ਕਹਾਂਗੀ ਵਰਕਸ਼ੀਟ ਹੈ ਤੁਸੀਂ ਬਣਾਓ 301, ਤਾਂ ਉਹ ਖੁਦ ਆਪਣੇ ਫਲੈਸ਼ ਕਾਰਡ ਚੱਕੇਗਾ ਤੇ ਇਸ ਵਿੱਚ ਇਨਸਰਟ ਕਰੇਗਾ, ਉਸਨੇ ਸੰਖਿਆ ਬਣਾਤੀ 301। ਇਹ ਤਾਂ ਉਹਨਾਂ ਨੂੰ ਆਪਾਂ ਐਨ ਲਿਖਣਾ ਤੇ ਬਾਕੀ ਸਾਰੇ ਜਿਹੜੇ ਕੰਸੋਨੈਂਟ ਤਾਂ ਬੱਚਿਆਂ ਨੂੰ ਵਾਰੀ-ਵਾਰੀ ਬੁਲਾਵਾਂਗੇ। ਪਹਿਲਾਂ ਉਹਨਾਂ ਨੂੰ ਦੁਹਰਾਇਆ ਜਾਏਗਾ ਫਿਰ ਬੱਚਿਆਂ ਨੂੰ ਵਾਰੀ-ਵਾਰੀ ਬੁਲਾਇਆ ਜਾਏਗਾ ਵੀ ਬੇਟਾ ਜੀ ਇਹ ਕੀ ਆ, ਅੰਬਰੇਲਾ। ਬੱਚੇ ਬੋਲਣਗੇ ਅੰਬਰੇਲਾ ਜੀ, ਇਹ ਆ ਐਨ ਅੰਬਰੇਲਾ, ਆ ਵੀ ਪੈਨ, ਐਨ ਐਰੋਪਲੇਨ, ਐਨ ਐਪਲ, ਐਨ ਐਂਟ। ਤਾਂ ਇਸ ਤਰ੍ਹਾਂ ਕਰਦੇ ਕਰਦੇ ਸਾਰੇ ਫਿਰ ਬੱਚੇ ਆ ਜਿਹੜੇ ਜਿੱਥੇ ਵੀ ਵੋਵਲ ਲੈਟਰ ਆਏਗਾ ਐਨ, ਜਿੱਥੇ ਦੂਸਰਾ ਆਏਗਾ ਕੰਸੋਨੈਂਟ ਆਏਗਾ ਉੱਥੇ ਆਪਣਾ ਇਹ ਆ ਵੀ ਐਨ ਅੰਬਰੇਲਾ। ਇਸ ਤਰ੍ਹਾਂ ਕਰਦੇ ਆਪਾਂ ਸਾਰੇ ਇਹਨੂੰ ਦੁਹਰਾਵਾਂਗੇ ਜੀ। ਫਿਰ ਇਸ ਤੋਂ ਬਾਅਦ ਇਹਨਾਂ ਨੂੰ ਬੱਚਿਆਂ ਨੂੰ ਆਪਾਂ ਵਰਡ ਤੋਂ ਫਿਰ ਇਹਨਾਂ ਨੂੰ ਸੈਂਟੈਂਸ ਤੱਕ ਲੈ ਕੇ ਜਾਵਾਂਗੇ। ਫਿਰ ਇਹਦੇ ਵਿੱਚ ਇਹ ਦੱਸਾਂਗੇ ਵੀ ਜਿਹੜਾ ਇਟ ਹੈ ਜਿਹੜਾ ਮਤਲਬ ਜੋ ਵੀ ਚੀਜ਼ਾਂ ਨੇ ਮਤਲਬ ਤੋਂ ਬਿਨਾਂ ਉਹਦੇ ਲਈ ਇਟ ਜਿਸ ਜਾਂ ਦੈਟ ਦਾ ਕੰਸੈਪਟ ਇਹਨਾਂ ਕਲੀਅਰ ਕਰਾ ਦੇ ਕਦੇ ਆਪਾਂ ਉਹਨਾਂ ਨੂੰ ਸੈਂਟੈਂਸ ਤੱਕ ਲੈ ਕੇ ਤੋਂ ਬਾਅਦ ਆਪਾਂ 1 ਬਾਈ 1 ਫਸਟ ਸਾਊਂਡ ਆਫ ਐ ਕਰਾਵਾਂਗੇ। ਕ ਐਨ ਕੈਨ ਰਾਈਮਿੰਗ ਵਰਡਸ ਵੀ ਬਣਾਏ ਹੋਏ ਹੈ। ਫ ਐਨ ਵੈਨ, ਬ ਐਨ ਵੈਨ, ਬ ਐਟ ਬੈਟ, ਕ ਐਟ ਕੈਟ, ਫ ਐਟ। ਇਸ ਤਰ੍ਹਾਂ ਬੱਚਿਆਂ ਨੂੰ ਰਾਈਮਿੰਗ ਦਾ ਵੀ ਕਨਸੈਪਟ ਹੋ ਜਾਏਗਾ। ਹੁਣ ਜਦੋਂ ਆਪਾਂ ਇਹ ਸਾਊਂਡ ਕਰਾ ਰਹੇ ਹਾਂ ਆਪਾਂ ਬੱਚਿਆਂ ਨੂੰ ਕਹਿਣਾ ਹੈ ਐਕਟੀਵਿਟੀ ਦੇ ਅਕੋਰਡਿੰਗ ਵੀ ਤੁਸੀਂ ਕਿਹੜੀ ਆਈਸਕ੍ਰੀਮ ਖਾਣਾ ਚਾਹੋਗੇ, ਆਪਾਂ ਉਸ ਦੇ ਹਿਸਾਬ ਨਾਲ ਆਪਾਂ ਵਰਡਸ ਕਰਾਂਗੇ। ਜਿਵੇਂ ਉਹਨੇ ਬੱਚਿਆਂ ਨੇ ਐਟ ਕਿਹਾ ਤਾਂ ਆਪਾਂ ਉਹਨਾਂ ਨੂੰ ਕਹਾਂਗੇ ਟੇਕ ਆਊਟ ਯੋਰ ਆਈਸਕ੍ਰੀਮ। ਫਿਰ ਆਪਾਂ ਉਹਨਾਂ ਨੂੰ ਵਰਡ ਸਿਖਾਣੇ ਆ ਬ ਐਟ ਬੈਟ, ਕ ਐਟ ਗੈਟ, ਐਲ ਐਟ ਲੈਟ। ਇਸ ਤਰ੍ਹਾਂ ਸਾਰੇ ਸਾਊਂਡਸ ਇਹ ਵਾਲੇ ਕੰਮ ਕਰੇਗਾ। ਉਸ ਤੋਂ ਬਾਅਦ ਜਦੋਂ ਆਪਾਂ ਆਈ ਸਾਊਂਡ ਕਰਾ ਰਹੇ ਹਾਂ ਤਾਂ ਉਹਦੇ ਵਾਸਤੇ ਆਪਾਂ ਇਹਨਾਂ ਨੂੰ ਸਟੈਪਸ ਮੂਵ ਕਰਨਾ ਹੈ। ਔਰ ਫ ਇਨ ਫਿਲ, ਫ ਇਟ ਫਿਲ, ਇਸੇ ਤਰ੍ਹਾਂ ਰ ਇਨ ਰਿਨ। ਇਸ ਤਰ੍ਹਾਂ ਮੂਵ ਇੱਧਰ ਵੀ ਕਰ ਸਕਦੇ ਹਾਂ ਆਪਾਂ, ਇੱਧਰ ਵੀ ਕਰ ਸਕਦੇ ਹਾਂ ਆਈ ਸਾਊਂਡ ਵਾਸਤੇ। ਇਸ ਤਰ੍ਹਾਂ ਮੇਰਾ ਗਾਰਡਨ ਹੈ ਉਹ ਸਾਊਂਡ ਦਾ, ਜਿਹਦੇ ਵਿੱਚ ਫਲਾਵਰਸ ਜਿਹੜੇ ਨੇ ਉਹਦੇ ਵਿੱਚ ਜਦੋਂ ਆਪਾਂ ਓਪਨ ਕਰਾਂਗੇ ਇਹਨਾਂ ਵਿੱਚ ਅਲੱਗ-ਅਲੱਗ ਵਰਡਸ ਬਣੇ ਹੋਏ ਨੇ। ਉਹ ਇਸ ਤਰ੍ਹਾਂ ਆਪਾਂ ਉਹ ਸਾਊਂਡ ਕਰਾਵਾਂਗੇ ਬੱਚਿਆਂ ਨੂੰ। ਇਹ ਯੂ ਸਾਊਂਡ ਵਾਸਤੇ ਮੈंने ਐਕਟੀਵਿਟੀ ਬਣਾਈ ਹੈ ਬੱਚਿਆਂ ਦੀ, ਜਿਵੇਂ ਬੱਚੇ ਰਾਈਮਿੰਗ ਵਰਡਸ ਦੇ ਅਕੋਰਡਿੰਗ ਫਲਾਵਰਸ ਨੂੰ ਚੱਕਣਗੇ ਆਪਣੇ ਸਹੀ ਪੌਟ ਦੇ ਵਿੱਚ ਲਗਾਉਣਗੇ। ਜਿਵੇਂ ਅਬ ਵਾਲੀ ਸਾਊਂਡ ਹੈ, ਜਿਵੇਂ ਸੋ ਦੈਟ ਇਜ਼ ਅ ਬੈਟ। ਨੇੜੇ ਤੇ ਦੂਰ ਦਾ ਕਨਸੈਪਟ ਇਤਨਾ ਕਲੀਅਰ ਹੁੰਦਾ ਹੈ। ਬੱਚਾ ਖੁਦ ਆਪਣੀ ਪਿਕਚਰ ਨੂੰ ਪਹਿਲਾਂ ਰਿਕਗਨਾਈਜ਼ ਕਰੇਗਾ। ਓਕੇ ਰਾਈਟ ਇਟ ਡਾਊਨ, ਵਾਟ ਇਜ਼ ਦਿਸ। ਪੈਨ ਨਾਲ ਬੱਚਾ ਇੱਥੇ ਕੀ ਹੈ ਇਰੇਜ਼ ਹੋ ਸਕਦਾ ਹੈ। ਇਸੇ ਤਰੀਕੇ ਨਾਲ ਬੱਚਾ ਰਿਕਗਨਾਈਜ਼ ਕਰੇਗਾ ਪਹਿਲਾਂ, ਫਿਰ ਲਿਖੇਗਾ, ਫਿਰ ਦਿਸ ਦੱਸੇਗਾ ਔਰ ਅਪ ਤੇ ਡਾਊਨ, ਅਪ ਡਾਊਨ, ਅਪ ਡਾਊਨ। ਸੋ ਮੇਰੀ ਇੱਕ ਬੁਕਲੇਟ ਦੇ ਵਿੱਚ ਕਾਫੀ ਸਾਰੇ ਜਿਹੜੇ ਇਹ ਕਿਹੜਾ ਕਲਰ ਹੈ ਜੀ, ਤਾਂ ਇਹਨੂੰ ਉਹ ਆਪਣੇ ਵਾਈਟ ਕਲਰ ਦੇ ਵਿੱਚ ਪਾਏਗਾ ਜੀ। ਤੇ ਅੱਗੇ ਔਰੇਂਜ ਕਲਰ ਹੈ ਜੀ, ਤਾਂ ਉਹ ਆਪਣੇ ਔਰੇਂਜ ਪਾਏਗਾ। ਤੇ ਰੈੱਡ ਕਲਰ ਹੈ ਜੀ, ਉਹਨੂੰ ਪੁੱਛਣਾ ਜੀ ਇਹ ਕਿਹੜਾ ਕਲਰ ਹੈ ਜੀ, ਤਾਂ ਉਹ ਆਪਣੀ ਰੈੱਡ ਦੇ ਵਿੱਚ ਪਾਏਗਾ ਜੀ। ਇਹ ਬੱਚੇ ਕਲਰ ਬਿਹਾਈਂਡ ਲਰਨਿੰਗ ਬਾਈ ਡੂਇੰਗ ਹੈ, ਜਿਹਦੇ ਨਾਲ ਕਿ ਬੱਚਾ ਭੁੱਲਦਾ ਨਹੀਂ ਹੈ। और इसको कलर्स भी
प्रिंट कर सकते हैं अपने मल्टीपल यूज हो सकते हैं वो यस ऑपोजिट यस ऑपोजिट साइड लिखे हुए हैं ਜਿਵੇਂ ਹੁਣ ਮੈਂ ਪਾ ਰਿਹਾ ਬਾਬੂ ਇਹ ਫੁੱਲ ਪਾ ਰਿਹਾ ਵਿੱਚ ਯਸ ਫੁੱਲ ਨੂੰ ਤੁਸੀਂ ਪਾਉਂਗੇ ਦੂਸਰੀ ਤਰ੍ਹਾਂ ਤੁਸੀਂ ਉੱਥੇ ਘੁਮਾ ਦੋ ਨਾ ਇੱਥੇ ਘੁਮਾ ਦੇਣਾ ਅੱਛਾ ਅੱਛਾ ਥੈਂਕ ਯੂ and the other side the student can learn 5 pictures okay, like this strong weak fast slow tall short big small like this sweet sour rough smooth ਮੂਵ ਕਰ ਸਕਦੇ ਹਾਂ ਜਿਵੇਂ ਬ ਐਟ ਬੈਟ ਬੱਚੇ ਨੂੰ ਨੀਚੇ ਲੈ ਕੇ ਆਏਗਾ ਦੇਖੋ ਮ ਐਟ ਮੈਟ ਫਿਰ ਨੀਚੇ ਲੈ ਕੇ ਆਏਗਾ ਕ ਐਂਡ ਕੈਨ ਪ ਐਂਡ ਪੈਨ ਪ ਐਂਡ ਹੈਡ ਐਂਡ ਕੀ ਹੈ ਇਹ ਤਾਂ ਮੈਂ ਇਹ ਸਾਊਂਡ ਦਾ ਬਣਾਇਆ ਜਿਹੜਾ ਹੈਗਾ ਆਪਣਾ ਵਰਕਿੰਗ ਡੀਐਲਐਮ ਹੈ ਅਸੀਂ ਜਿਹੜੇ ਸਾਡੇ ਹੋਰ ਸਾਊਂਡ ਉਹ ਵੀ ਅਸੀਂ ਬੱਚੇ ਨੂੰ ਸਾਰੇ ਅਸੀਂ ਡੇਜ਼ ਹੈ ਜੋ ਇਹਦੇ ਲਈ ਅਸੀਂ ਬੱਚੇ ਨੂੰ ਡੇਜ਼ ਕਰਵਾ ਸਕਦੇ ਹਾਂ ਇਹ ਵੀ ਬੱਚੇ ਦੀ ਇੱਕ ਖੇਡ ਹੈ ਬੱਚੇ ਕੀ ਇੰਟਰਸਟਿੰਗ ਨਾਲ ਇੰਟਰਸਟ ਲੈ ਕੇ ਬੱਚੇ ਸਿੱਖਣਗੇ ਇਨਵੋਲਵ ਹੋਣਗੇ ਐਕਟਿਵ ਹੋਣਗੇ ਕਲਾਸ ਦੇ ਵਿੱਚ ਉਹਦੀ ਸੁਸਤੀ ਆ ਉਹ ਹਟ ਜਾਏ ਇਹ ਦੋਨੋਂ ਮੇਰੇ ਪਿਕਚਰ ਉਹ ਦੇਖਣਗੇ ਉਹਨੂੰ ਪਹਿਚਾਣਨਗੇ ਉਸ ਤੋਂ ਬਾਅਦ ਇੱਕ ਫਿਲਅਪ ਹੈ ਉਹਨੂੰ ਆਪਣੇ ਆਪ ਫਲੈਸ਼ ਕਾਰਡ ਲੱਭਣਗੇ ਔਰ ਇਸ ਦੇ ਵਿੱਚ ਫਿਲ ਕਰ ਸਕਦੇ ਆ ਖੁਦ ਬੱਚੇ ਕਰਨਗੇ ਟੀਚਰ ਨੇ ਨਹੀਂ ਕਰਨਾ ਇਹ ਵਰਕਸ਼ੀਟ ਹੈ ਜੋ ਕਿ ਬੋਰਡ ਤੇ ਕਰਨੀ ਬੱਚਿਆਂ ਨੂੰ ਔਖੀ ਲੱਗਦੀ ਹੈ ਕਾਪੀ ਤੇ ਕਰਨੀ ਔਖੀ ਲੱਗਦੀ ਹੈ ਇਸ ਵਿੱਚ ਉਹਨਾਂ ਦੀ ਫੁੱਲ ਪਾਰਟਿਸਿਪੇਸ਼ਨ ਹੋ ਜਾਂਦੀ ਹੈ ਐਵੇਂ ਫਿਲਅਪਸ ਲਈ ਯੂਜ਼ ਕਰ ਲਿਆ ਲਾਈਕ ਮੈਂ ਜੇ ਐਲਫਾਬੈਟ ਸਿਖਾ ਰਹੀ ਹਾਂ ਉਹਨਾਂ ਨੂੰ ਸਿੱਖ ਚੁੱਕੇ ਨੇ ਐਲਫਾਬੈਟਸ ਉਸ ਤੋਂ ਬਾਅਦ ਮੈਂ ਉਹਨੂੰ ਵੀ ਐਵੇਂ ਯੂਜ਼ ਕਰ ਸਕਦੀ ਹਾਂ ਕਿ ਤੁਸੀਂ ਇਸ ਵਿੱਚ ਕਿਹੜਾ ਐਲਫਾਬੈਟ ਮਿਸਿੰਗ ਹੈ ਉਸ ਨੂੰ ਫਿਲ ਕਰੋ ਔਰ ਐਜ਼ ਅ ਗ੍ਰਿਡ ਯੂਜ਼ ਕਰ ਸਕਦੀ ਹਾਂ ਕਿ ਜਿਵੇਂ ਐਵੇਂ ਡੌਗ ਬਣ ਜਾਏਗਾ ਐਵੇਂ ਕੈਟ ਬਣ ਜਾਏਗਾ ਜਾਂ ਕਾਊ ਬਣੇਗਾ ਤਾਂ ਉਹ ਇਹਨਾਂ ਫਲੈਸ਼ ਕਾਰਡਸ ਦੇ ਨਾਲ ਮੈਂ ਇਸ ਨੂੰ ਯੂਜ਼ ਕਰ ਸਕਦੀ ਹਾਂ ਜ਼ੀਰੋ ਆਫ ਕਾਸਟ ਤੇ ਮੈਂ ਇਹ TLM ਬਣਾਈ ਹੈ ਜੀ ਮੇਰੀ ਕਲਾਸ ਦੇ ਸਟੂਡੈਂਟਸ ਇਸ ਨੂੰ ਬੈਕ ਸਾਈਡ ਤੋਂ ਐਜ਼ ਅ ਵਾਈਟ ਬੋਰਡ ਯੂਜ਼ ਕਰਦੇ ਨੇ ਇਹ